ਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ। ਤੂੰ ਠਾਕੁਰ ਊਚ ਭਗਵਾਨਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ। ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ ਨਦਰ ਜਦ ਸਤਿਗੁਰ ਧਾਰੈ। ਪਾਹਨ ਮਾਨਕ ਕਹੈ ਪਾਹਨ ਮਾਨਕ ਕਰੈ। ਗਿਆਨ ਗੁਣ ਕਹਿਓ ਵਿਚਾਰੈ। ਕਾਠੋ ਸ਼੍ਰੀ ਖੰਡ ਸਤਿਗੁਰ ਕੀਓ। ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਓ। ਸੇ ਪਸ਼ ਪਰੇਤ ਸੁਰ ਨਰ ਭਏ। ਸਤਿਗੁਰੂ ਜਿਨ ਪਰਸਿਓ। ਸੇ ਪਸ਼ ਪਰੇਤ ਸੁਰ ਨਰ ਭਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਅਕਾਲ ਪੁਰਖ ਦੀ ਛਤਰ ਛਾਇਆ ਹੇਠ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਫੇਸਬੁੱਕ YouTube ਦੇ ਮਾਧਿਅਮ ਦੇ ਰਾਹੀਂ ਆਪ ਜੀ ਦੀਵਾਨਾਂ ਦੀ ਹਾਜ਼ਰੀ ਲਵਾ ਰਹੇ ਹੋ। ਆਓ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ 11 ਭੱਟਾਂ ਦਾ ਜਿਹੜਾ ਹੈ ਉਹ ਜ਼ਿਕਰ ਹੈ। ਉਹਨਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਗਈ ਹੈ। ਜਦੋਂ ਅਸੀਂ ਉਹਨਾਂ ਦੇ ਪਿਛੋਕੜ ਵੱਲ ਜਾਵਾਂਗੇ, ਕਿਉਂਕਿ ਜੋ ਬਚਨ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਭਗਤ ਕਲਸਹਾਰ ਜੀ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਜਦੋਂ ਅਸੀਂ ਉਹਨਾਂ ਦੇ ਇਤਿਹਾਸ ਨੂੰ ਵਿਚਾਰਦੇ ਹਾਂ ਤੇ ਇੱਕ ਗੱਲ ਸਾਹਮਣੇ ਆਉਂਦੀ ਹੈ। ਜੋ ਭੱਟ ਸਾਹਿਬਾਨ ਹੋਏ ਨੇ ਉਹਨਾਂ ਦਾ ਪਰਿਵਾਰਿਕ ਪਿਛੋਕੜ ਜਿਹੜਾ ਹੈ ਉਹ ਸਾਰੇ ਭੱਟਾਂ ਦਾ ਕਿਤੇ ਨਾ ਕਿਤੇ ਇੱਕ ਹੈ, ਖਾਨਦਾਨ ਇੱਕ ਹੈ। ਯਾਨੀ ਪਰਿਵਾਰਕ ਤੌਰ ਦੇ ਉੱਤੇ ਭੱਟ ਸਾਹਿਬਾਨ ਆਪਸ ਦੇ ਵਿੱਚ ਰਿਸ਼ਤੇਦਾਰ ਨੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ 11 ਭੱਟਾਂ ਨੇ ਇੱਕ ਸੁਰ ਹੋ ਕੇ ਗੁਰੂ ਦੀ ਮਹਿਮਾ ਦੇ ਗੀਤ ਗਾਇਨ ਕੀਤੇ ਨੇ। ਗੁਰੂ ਦੀ ਮਹਿਮਾ ਉਸਤਤ ਬਿਆਨ ਕੀਤੀ ਹੈ। ਜੋ ਬਚਨ ਭਗਤ ਕਲਸਹਾਰ ਜੀ ਨੇ ਬਖਸ਼ਿਆ ਹੈ ਬੜਾ ਕਮਾਲ ਦਾ ਬਚਨ ਹੈ। ਜਿੱਥੇ ਭਗਤ ਕਲਸਹਾਰ ਜੀ ਨੇ ਜੋ ਬਚਨ ਕੀਤੇ ਨੇ ਉਹ ਆਖਦੇ ਨੇ, ਉਹ ਬਚਨ ਜਿਹੜੇ ਗੁਰੂ ਦੀ ਮਹਿਮਾ ਦੇ ਵਿੱਚ ਗਾਇਨ ਕੀਤੇ ਨੇ, ਗੁਰੂ ਦੇ ਸਮਰਪਿਤ ਹੋ ਕੇ ਗੁਰੂ ਨੂੰ ਸਾਹਮਣੇ ਮਨ ਨੂੰ ਰੱਖ ਕੇ ਜਿਹੜੇ ਨੇ ਉਹ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਬਚਨ ਜਿਹੜੇ ਨੇ ਉਹ ਜਿੱਥੇ ਕਹੇ ਨੇ ਉੱਥੇ ਕਮਾਏ ਨੇ ਇੱਕ ਪ੍ਰਤੱਖ ਤੌਰ ਦੇ ਉੱਤੇ। ਪਰ ਉਸ ਤੋਂ ਪਹਿਲਾਂ ਜਦੋਂ ਅਸੀਂ
ਭੱਟ ਸਾਹਿਬਾਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਤੇ ਇੱਕ ਗੱਲ ਬੜੀ ਹੈਰਾਨ ਕਰਨ ਵਾਲੀ ਹੈ। ਬਹੁਤੇ ਸਾਨੂੰ ਇਤਿਹਾਸ ਦੀ ਨੌਲੇਜ ਨਾ ਹੋਣ ਕਰਕੇ ਪਤਾ ਨਹੀਂ। ਜਿਵੇਂ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਗੁਰਸਿੱਖਾਂ ਨੇ ਜਿੱਥੇ ਗੁਰੂ ਦੇ ਬਚਨਾਂ ਨੂੰ ਕਮਾਇਆ ਹੈ, ਗੁਰੂ ਦੇ ਉਪਦੇਸ਼ ਉੱਤੇ ਚੱਲੇ ਨੇ, ਇਵੇਂ ਹੀ ਭੱਟ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਮਹਿਮਾ ਗਾਇਨ ਕੀਤੀ ਹੈ, ਗੁਰੂ ਘਰ ਨੂੰ ਸਮਰਪਿਤ ਹੋਏ ਨੇ। ਤੇ ਇੱਥੋਂ ਤੱਕ ਇਤਿਹਾਸ ਗਵਾਹੀ ਭਰਦਾ ਹੈ, 2 ਭੱਟ ਸਾਹਿਬਾਨਾਂ ਨੇ ਗੁਰੂ ਘਰ ਦੇ ਲਈ ਆਪਣੇ ਸ਼ਹੀਰ ਦੀ ਆਹੁਤੀ ਵੀ ਦਿੱਤੀ ਹੈ, ਆਪਣੀ ਸ਼ਹਾਦਤ ਵੀ ਪ੍ਰਾਪਤ ਕੀਤੀ ਹੈ। 2 ਭੱਟ ਸ਼ਹੀਦ ਗਿਣੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ ਦਾ ਜ਼ਿਕਰ ਪੜ੍ਹਦੇ ਹਾਂ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਸਰ ਮਹਾਰਾਜ ਦੀ ਜੰਗ, ਸਤਿਗੁਰੂ ਜੀ ਦੇ ਉਹ ਅੰਮ੍ਰਿਤਸਰ ਦੀ ਜੰਗ ਦੇ ਵਿੱਚ ਭੱਟ ਮਥੁਰਾ ਜੀ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ। ਹਰਗੋਬਿੰਦਪੁਰੇ ਦੀ ਜੰਗ ਦਾ ਜ਼ਿਕਰ ਪੜ੍ਹਦੇ ਹਾਂ, ਜਿੱਥੇ ਆਪਾਂ ਇਹ ਦੇਖਦੇ ਹਾਂ ਕਿ ਉਸ ਜੰਗ ਦੇ ਵਿੱਚ ਭਗਤ ਭੱਟ ਕੀਰਤ ਜੀ ਨੇ ਜਿਹੜਾ ਹੈ ਉਹ ਆਪਣੀ ਉਹ ਸ਼ਹਾਦਤ ਦਿੱਤੀ ਹੈ। ਹੁਣ ਜਦੋਂ ਅਸੀਂ ਭੱਟ ਸਾਹਿਬਾਨਾਂ ਦੇ ਜੀਵਨ ਦੇ ਵਿੱਚੋਂ ਇੱਕ ਗੱਲ ਨਿਚੋੜ ਕੱਢਦੇ ਹਾਂ, ਉਹਨਾਂ ਦੀ ਬਾਣੀ ਨੂੰ ਪੜ੍ਹਦਿਆਂ ਹੋਇਆਂ, ਤੇ ਉਹਨਾਂ ਨੇ ਗੁਰੂ ਦੀ ਮਹਿਮਾ ਲਈ ਬਹੁਤ ਕੁਝ ਬਿਆਨ ਕੀਤਾ ਹੈ। ਬਚਨ ਦੇਖੋ ਕੈਸੇ ਬਖਸ਼ਿਸ਼ ਕੀਤੇ ਨੇ। ਕੱਚੋ ਕੰਚਨ ਭਇਓ, ਕੱਚ ਤੋਂ ਸੋਨਾ ਹੋ ਜਾਣਾ ਬੜੀ ਵੱਡੀ ਗੱਲ ਹੈ, ਕਿਉਂਕਿ ਕੱਚ ਦੀ ਕੋਈ ਕੀਮਤ ਨਹੀਂ। ਮੰਨ ਲਓ ਕੱਚ ਟੁੱਟ ਜਾਏ, ਇੱਕ ਕੱਚ ਦਾ ਗਿਲਾਸ ਹੈ ਜਾਂ ਕੋਈ ਉਹ ਭਾਂਡਾ ਤਿਆਰ ਹੈ ਕੱਚ ਦਾ, ਉਸ ਕੱਚ ਦੇ ਭਾਂਡੇ ਦੇ ਵਿੱਚੋਂ ਆਪਾਂ ਉਸ ਦੀ ਇੱਕ ਕੀਮਤ ਹੈ, ਪਰ ਜਦੋਂ ਉਹ ਕੱਚ ਦਾ ਭਾਂਡਾ ਹੱਥੋਂ ਛੁੱਟ ਜਾਏ ਤੇ ਉਸ ਕੱਚ ਦੇ ਭਾਂਡੇ ਨੂੰ ਛੁੱਟੇ ਹੋਏ ਨੂੰ ਉਹ ਟੁੱਟ ਜਾਂਦਾ ਹੈ ਤੇ ਉਹ ਟੁੱਟੇ ਹੋਏ ਕੱਚ ਦੀ ਕੋਈ ਕੀਮਤ ਨਹੀਂ ਰਹਿੰਦੀ। ਬਹੁਤੀ ਵਾਰ ਅਸੀਂ ਦੇਖਿਆ ਹੈ ਕਿ ਆਮ ਜੋ ਕਬਾੜ ਲੈਣ ਵਾਲੇ ਆਉਂਦੇ ਨੇ ਤੇ ਉਹ ਕੱਚ ਦੀ ਕੋਈ ਕੀਮਤ ਨਹੀਂ ਲਾਉਂਦੇ ਨੇ, ਉਹ ਉੱਦਾਂ ਹੀ ਕਹਿੰਦੇ ਨੇ ਸਾਨੂੰ ਵੈਸੇ ਹੀ ਦੇ ਦਿਓ, ਅਸੀਂ ਵੈਸੇ ਹੀ ਲੈ ਜਾਵਾਂਗੇ, ਕਿਉਂਕਿ ਉਸ ਕੱਚ ਦੀ ਤੁਸੀਂ ਸਾਬਤ ਕੱਚ ਦੀ ਭਾਵੇਂ ਬੋਤਲ ਹੈ, ਗਿਲਾਸ ਹੈ, ਉਸ ਦੀ ਇੱਕ ਕੀਮਤ ਹੈ, ਪਰ ਜਦੋਂ ਟੁੱਟ ਜਾਏ ਪਤਾ ਹੈ ਇਹ ਕਿਸੇ ਕੰਮ ਨਹੀਂ ਹੈ। ਪਰ ਦੂਜੀ ਤਰਫ ਜਿਹੜੀ ਗੱਲ ਅਗਲੀ ਕੀਤੀ ਕੰਚਨ ਦੀ, ਕੰਚਨ ਕਹਿੰਦੇ ਨੇ ਸੋਨਾ, ਸੋਨਾ ਟੁੱਟ ਜਾਏ, ਚਾਹੇ ਉਹ ਹਾਰ ਹੈ, ਚਾਹੇ ਉਹ ਗਲੇ ਦੇ ਵਿੱਚ ਪਾਉਣ ਵਾਲੀ ਚੈਨ ਹੈ, ਕਿਸੇ ਪ੍ਰਕਾਰ ਦੇ ਵਿੱਚ ਤਿਆਰ ਕੀਤੀ ਹੋਈ ਉਹ ਸੋਨੇ ਧਾਤੂ ਦੇ ਨਾਲ ਬਣੀ ਹੋਈ ਕੋਈ ਵੀ ਜਿਹੜਾ ਹੈ ਉਹ ਆਭੂਸ਼ਣ ਹੈ, ਗਹਿਣਾ ਹੈ, ਉਹ ਟੁੱਟ ਜਾਏ ਪਰ ਉਸ ਦੀ ਕੀਮਤ ਨਹੀਂ ਘਟਦੀ ਹੈ, ਉਸ ਦੀ ਕੀਮਤ ਨਹੀਂ ਘਟਦੀ। ਸਤਿਗੁਰੂ ਜੀ ਨੇ ਭੱਟ ਸਾਹਿਬ ਨੇ ਇਹ ਗੱਲ ਕਲੀਅਰ ਕੀਤੀ, ਆਖਣ ਲੱਗੇ ਸਤਿਗੁਰੂ ਦੀ ਐਸੀ ਰਹਿਮਤ ਹੈ, ਐਸੀ ਬਖਸ਼ਿਸ਼ ਹੋਈ ਹੈ, ਆਖਣ ਲੱਗੇ ਕਿ ਮੇਰਾ ਜੀਵਨ ਜਿਹੜਾ ਕੱਚ ਵਾਲਾ ਸੀ ਉਹ ਕੱਚ ਤੋਂ ਹੁਣ ਸੋਨੇ ਦੇ ਵੱਲ ਆ ਗਿਆ ਹੈ, ਯਾਨੀ ਕੱਚ ਤੋਂ ਸੋਨਾ ਬਣ ਗਿਆ। ਕੱਚੋ ਕੰਚਨ ਭਇਓ, ਪਰ ਇਹ ਕਦੋਂ ਹੋਇਆ? ਕਦੋਂ ਹੋਇਆ? ਕਿਉਂਕਿ ਭੱਟ ਸਾਹਿਬਾਂ ਦਾ ਜੀਵਨ ਪੜ੍ਹਦਿਆਂ ਹੋਇਆਂ ਜਦੋਂ ਉਹਨਾਂ ਦੀ ਬਾਣੀ ਨੂੰ ਹੀ ਅਸੀਂ ਵਿਚਾਰਦੇ ਹਾਂ ਨਾ, ਤੇ ਉਹ ਇੱਕ ਗੱਲ ਬੜੀ ਸਾਹਮਣੇ ਰੱਖਦੇ ਨੇ। ਉਹ ਆਖਦੇ ਨੇ ਕਿ ਸਾਨੂੰ ਬੜਾ ਸਮਾਂ ਹੋ ਗਿਆ, ਬੜਾ ਸਮਾਂ ਹੋ ਗਿਆ, ਅਸੀਂ ਭਟਕੇ, ਭਟਕਣ ਤੋਂ ਬਾਅਦ ਅਸੀਂ ਵੱਖ-ਵੱਖ ਲੋਕਾਂ ਨੂੰ ਮਿਲੇ ਜਿਹੜੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਇੱਕ ਯੋਧੇ ਵੀ ਕਹਾਉਂਦੇ ਸਨ, ਇੱਕ ਗੁਰੂ ਦਾ ਦਰਜਾ, ਮਹਾਂਪੁਰਸ਼ ਦਾ ਦਰਜਾ, ਸੰਤ ਦਾ ਦਰਜਾ ਜਿਹੜਾ ਸੀ ਉਹ ਲੋਕ ਲੈ ਕੇ ਬੈਠੇ ਸਨ। ਪਰ ਜਦੋਂ ਅਸੀਂ ਉਹਨਾਂ ਦੇ ਕੋਲ ਜਾਂਦੇ ਸਨ, ਉਹਨਾਂ ਦੇ ਜੀਵਨ ਨੂੰ ਤੱਕਦੇ ਸਾਂ, ਤੇ ਇੱਕ ਗੱਲ ਸਮਝ ਆਉਂਦੀ ਸੀ ਕਿ ਇਹ ਕਹਿਣ ਤੋਂ ਤੇ ਕਰਨੀ ਦੇ ਵਿੱਚ ਇਹਨਾਂ ਦੇ ਵਿੱਚ ਬੜਾ ਵੱਡਾ ਫਰਕ ਹੈ। ਆਖਣ ਲੱਗੇ ਇੰਨੀ ਭਟਕਣਾ ਤੋਂ ਬਾਅਦ ਬਰਸ ਏਕ ਹੋਂ ਫਿਰਿਓ, ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਲੱਗੇ ਇੱਕ ਮੰਨ ਲਓ ਸਾਲ ਹੋ ਗਿਆ ਹੈ ਸਾਨੂੰ ਇਸ ਭਟਕਣਾ ਦੇ ਵਿੱਚ ਕਿ ਕੋਈ ਸੱਚਾ ਗੁਰੂ ਮਿਲ ਜਾਏ। ਆਖਣ ਲੱਗੇ ਇਹ ਭਟਕਣਾ ਅੱਜ ਸਾਡੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਤੇ ਆ ਕੇ ਖਤਮ ਹੋਈ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਤੇ ਆ ਕੇ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜਦੋਂ ਉਹਨਾਂ ਨੇ ਨੇੜਿਓਂ ਤੱਕਿਆ ਹੈ ਤੇ ਕੀ ਜਾਣਿਆ ਹੈ, ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜੋ ਬੋਲਦੇ ਨੇ, ਜੋ ਸੰਗਤਾਂ ਦੇ ਵਿੱਚ ਜੋ ਉਪਦੇਸ਼ ਕਰਦੇ ਨੇ, ਉਸ ਉੱਤੇ ਆਪ ਵੀ ਪਹਿਰਾ ਦਿੰਦੇ ਨੇ। ਆਖਣ ਲੱਗੇ ਕਹਿਣੀ ਤੇ ਕਰਨੀ ਦੇ ਉਹ ਪੱਕੇ ਨੇ, ਫਰਕ ਕੋਈ ਨਹੀਂ ਹੈ।
ਫਰਕ ਕੋਈ ਨਹੀਂ, ਕਿਉਂਕਿ ਅੱਜ ਤੱਕ ਜਿੰਨੇ ਸਾਨੂੰ ਲੋਕ ਮਿਲੇ ਸਨ ਉਹਨਾਂ ਦੇ ਬੋਲ ਦੇ ਵਿੱਚ ਤੇ ਕਰਨ ਦੇ ਵਿੱਚ ਬੜਾ ਵੱਡਾ ਫਰਕ ਸੀ। ਸਤਿਗੁਰੂ ਨੂੰ ਦੇ ਜੀਵਨ ਦੇ ਵਿੱਚੋਂ ਉਹਨਾਂ ਨੇ ਬਹੁਤ ਕੁਝ ਜਾਣਿਆ, ਸਿੱਖਿਆ। ਉੱਥੇ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਉਹਨਾਂ ਨੇ ਜਿਹੜਾ ਸੀ ਵੱਖ-ਵੱਖ ਵਿਸ਼ੇ ਗੁਰੂ ਦੀ ਮਹਿਮਾ ਨੂੰ ਬਿਆਨ ਕੀਤਾ ਹੈ। ਤੇ ਕਾਰਨ ਦੇਖੋ ਕੈਸਾ ਬਣਿਆ, ਸਬਬ ਕੱਚੋ ਕੰਚਨ ਭਇਓ ਕਿਵੇਂ ਕਿਵੇਂ, ਮਤਲਬ ਜੀਵਨ ਦੇ ਵਿੱਚ ਤਬਦੀਲੀ ਦੇਖੋ ਕਿੱਥੋਂ ਆਈ ਹੈ। ਕੱਚ ਤੋਂ ਸੋਨਾ ਬਣ ਜਾਣ ਦਾ ਕਾਰਨ ਕੀ ਹੈ? ਤੇ ਆਖਣ ਲੱਗੇ ਕਾਰਨ ਇਹ ਹੈ, ਸ਼ਬਦ ਗੁਰ ਸ਼ਰਵਣੇ ਸੁਣਿਓ, ਮੈਂ ਆਪਣੇ ਕੰਨਾਂ ਦੇ ਨਾਲ ਗੁਰੂ ਦੇ ਸ਼ਬਦ ਨੂੰ ਸੁਣਿਆ ਹੈ। ਥੋੜੀ ਜਿਹੀ ਵਿਚਾਰ ਹੈ, ਸਾਡਾ ਜੀਵਨ ਕਿੰਨਾ ਸਮਾਂ ਹੋ ਗਿਆ ਹੈ ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ, ਅਸੀਂ ਵੀ ਸੁਣਦੇ ਹਾਂ, ਪਰ ਕੀ ਸਾਡਾ ਜੀਵਨ ਵੀ ਕੱਚ ਤੋਂ ਸੋਨੇ ਵੱਲ ਵਧਿਆ ਹੈ? ਕਿ ਅਸੀਂ ਵੀ ਕੱਚ ਤੋਂ ਸੋਨੇ ਹੋਏ ਹਾਂ? ਹੁਣ ਕੱਚ ਤੋਂ ਸੋਨੇ ਹੋ ਜਾਣਾ ਕੀ ਹੈ? ਕੱਚ ਕੀ ਹੈ ਤੇ ਸੋਨਾ ਕੀ ਹੈ? ਪਹਿਲਾਂ ਵਿਚਾਰ ਕੀਤੀ ਨਾ ਕਿ ਕੱਚ ਦੀ ਕੋਈ ਕੀਮਤ ਨਹੀਂ ਹੈ, ਟੁੱਟ ਜਾਏ। ਸੋਨਾ ਭਾਵੇਂ ਟੁੱਟ ਜਾਏ ਤੇ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਉਹਦੀ ਕੀਮਤ ਦੇ ਵਿੱਚ ਫਰਕ ਨਹੀਂ ਹੈ। ਤੇ ਸਤਿਗੁਰੂ ਦੀ ਬਾਣੀ ਨੇ ਮਨੁੱਖ ਨੂੰ ਇਸੇ ਲਈ ਸਮਝਾਇਆ ਹੈ, ਇਹ ਮਨੁੱਖ ਜੀਵਨ ਤੇਰਾ ਜਿਹੜਾ ਹੈ ਨਾ ਉਹ ਕੱਚ ਵਰਗਾ ਨਹੀਂ ਹੋਣਾ ਚਾਹੀਦਾ, ਸੋਨੇ ਵਰਗਾ ਹੋਣਾ ਚਾਹੀਦਾ ਹੈ। ਕਿਉਂਕਿ ਇਹਦੀ ਇੱਕ ਕੀਮਤ ਹੈ, ਇਹਦੀ ਇੱਕ ਕੀਮਤ ਹੈ। ਇਹ ਤਿੜਕਿਆ ਹੋਇਆ ਵੀ ਟੁੱਟਿਆ ਹੋਇਆ ਵੀ ਆਪਣੀ ਪੂਰੀ ਕੀਮਤ ਰੱਖਦਾ ਪਿਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੇ ਵਿੱਚੋਂ ਭਾਵੇਂ ਇਤਿਹਾਸ ਨੂੰ ਅਸੀਂ ਪੜ੍ਹਾਂਗੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਉਹ ਘਟਨਾ ਬੜੀ ਕਮਾਲ ਦੀ ਹੈ। ਕੱਚ ਤੋਂ ਸੋਨਾ ਕਿਵੇਂ ਗੁਰੂ ਬਣਾਉਂਦਾ ਹੈ। ਤੁਲੰਬੇ ਦਾ ਉਹ ਸ਼ਹਿਰ ਜਿੱਥੇ ਸੱਜਣ ਨਾਮ ਦਾ ਵਿਅਕਤੀ ਰਹਿੰਦਾ ਹੈ, ਆਪਣੇ ਆਪ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਗੱਲ ਉਹਨੇ ਫੈਲਾਈ ਹੈ। ਕਿਉਂਕਿ ਆਮ ਬਾਹਰੀ ਇਨਸਾਨ ਉਹਨੂੰ ਵੇਖੇਗਾ ਤੇ ਇਹ ਸੋਚੇਗਾ ਕਿ ਇਸ ਵਰਗਾ ਧਰਮੀ ਬੰਦਾ ਕੋਈ ਨਹੀਂ ਹੈ। ਕਾਰਨ ਕੀ ਹੈ? ਕਿਉਂਕਿ ਆਏ ਗਏ ਦੀ ਉਹ ਸੇਵਾ ਕਰਦਾ, ਲੋੜਵੰਦ ਨੂੰ ਉਹ ਜਿਹੜਾ ਹੈ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ, ਰਾਤ ਨੂੰ ਉਹਨਾਂ ਨੂੰ ਸੌਣ ਲਈ ਚੰਗਾ ਬਿਸਤਰ ਦਿੰਦਾ ਹੈ, ਆਪਣੀ ਇੱਕ ਧਰਮਸ਼ਾਲਾ ਬਣਾਈ ਹੋਈ ਹੈ ਜਿੱਥੇ ਉਹ ਰਿਹਾਇਸ਼ ਉਹਨਾਂ ਨੂੰ ਦਿੰਦਾ ਹੈ। ਪਰ ਇਹ ਤੇ ਇੱਕ ਬਾਹਰੀ ਹੈ, ਇਹ ਤੇ ਆਪਾਂ ਨਜ਼ਰ ਆ ਰਿਹਾ ਹੈ ਕਿ ਹਾਂ ਸੱਜਣ ਦੇ ਕੰਮ ਨੇ, ਤੇ ਉਸ ਕੰਮ ਨੂੰ ਵੇਖ ਕੇ ਅਸੀਂ ਕਵਾਂਗੇ ਬੜਾ ਚੰਗਾ ਬੰਦਾ ਹੈ। ਜਿੱਥੇ ਨਾਮ ਦਾ ਹੀ ਸੱਜਣ ਹੈ ਉੱਥੇ ਜੀਵਨ ਵੀ ਇਹਦਾ ਸੱਜਣਾ ਵਰਗਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣਦੇ ਨੇ ਇਹ ਸੋਨਾ ਨਹੀਂ ਹੈ, ਇਹ ਸੱਜਣ ਨਹੀਂ ਹੈ, ਇਹ ਤੇ ਅਸਲ ਦੇ ਵਿੱਚ ਕੱਚ ਹੈ, ਠੱਗ ਹੈ। ਇਹ ਠੱਗ ਹੈ ਕਿਉਂਕਿ ਇਹਦੇ ਅੰਦਰ ਦੀ ਭਾਵਨਾ ਕੁਝ ਹੋਰ ਬਿਆਨ ਕਰ ਰਹੀ ਹੈ, ਕੁਝ ਹੋਰ ਹੈ, ਅੰਦਰ ਕੁਝ ਹੋਰ ਕਹਿ ਰਿਹਾ ਹੈ। ਉਹ ਕੀ ਕਹਿ ਰਿਹਾ ਹੈ ਕਿ ਮੈਂ ਇਹਨਾਂ ਲੋਕਾਂ ਨੂੰ ਜਿੱਥੇ ਰਹਿਣ ਲਈ ਖਾਣ ਲਈ ਚੰਗਾ ਕੁਝ ਦੇ ਰਿਹਾ ਹਾਂ, ਰਾਤ ਨੂੰ ਸੌਣ ਵੇਲੇ ਉਸ ਦੀ ਕਰਤੂਤ ਇਹ ਹੈ ਕਿ ਉਸ ਰਾਤ ਨੂੰ ਸੌਣ ਵੇਲੇ ਮੁਸਾਫਿਰ ਨੂੰ ਉਹ ਖਤਮ ਕਰ ਦਿੰਦਾ, ਮਾਰ ਦਿੰਦਾ ਹੈ, ਤੇ ਉਹਨਾਂ ਦਾ ਮਾਲ, ਉਹਨਾਂ ਦੀ ਧਨ ਦੌਲਤ, ਉਹਨਾਂ ਦੇ ਕੋਲ ਜੋ ਕੁਝ ਹੈ ਉਹ ਲੁੱਟ ਲੈਂਦਾ ਹੈ। ਇਹ ਸੱਜਣ ਦੇ ਕੰਮ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਂਦੇ ਨੇ ਸੱਜਣ ਸੱਜਣਾ ਵਾਲੇ ਕੰਮ ਨਹੀਂ ਕਰ ਰਿਹਾ ਹੈ, ਇਹ ਸੱਜਣ ਸੱਜਣਾ ਵਾਲੇ ਕੰਮ ਨਹੀਂ ਕਰ ਰਿਹਾ ਹੈ। ਇਸ ਨੂੰ ਇਸ ਦਾ ਆਇਨਾ ਦਿਖਾਣਾ ਹੈ। ਤੇ ਉਹ ਆਇਨਾ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਵੇਂ ਦਿਖਾਇਆ ਹੈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹੀ ਆਮ ਇਨਸਾਨ ਸਮਝਦਾ ਹੈ, ਤੇ ਜੋ ਬਾਕੀ ਲੋਕਾਂ ਦੇ ਨਾਲ ਕਰਦਾ ਹੈ ਸੋਚਦਾ ਹੈ ਗੁਰੂ ਨਾਨਕ ਦੇ ਨਾਲ ਵੀ ਮੈਂ ਇਦਾਂ ਕਰਾਂ, ਤੇ ਇਹ ਸੌ ਜਾਣ ਤੇ ਇਹਨਾਂ ਨੂੰ ਹੀ ਮਾਰ ਕੇ ਇਹਨਾਂ ਨੂੰ ਵੀ ਲੁੱਟ ਲਵਾਂ। ਇਸ ਸੱਜਣ ਦੇ ਅੰਦਰ ਦੀ ਭਾਵਨਾ ਹੈ। ਕਦੋਂ ਤੱਕ? ਜਦੋਂ ਤੱਕ ਉਹ ਗੁਰੂ ਦੇ ਮੁਖਾਰ ਬਿੰਦ ਤੋਂ ਬਚਨਾਂ ਨੂੰ ਨਹੀਂ ਸੁਣਦਾ ਹੈ, ਇਹ ਉਦੋਂ ਤੱਕ ਹੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਦੇ ਅੰਦਰ ਦੀ ਭਾਵਨਾ ਨੂੰ ਜਿਹੜਾ ਹੈ ਉਹ ਸਾਹਮਣੇ ਕਿਵੇਂ ਰੱਖਦੇ ਨੇ। ਬਚਨ ਪੜ੍ਹਦੇ ਹਾਂ ਆਪਾਂ ਬਾਣੀ ਦੇ ਵਿੱਚੋਂ, ਜਿੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਸੱਜਣ ਦੇ ਜੀਵਨ ਨੂੰ ਬਦਲਿਆ ਹੈ, ਤੇ ਉਸ ਸੱਜਣ ਦਾ ਜੀਵਨ ਬਦਲਣ ਲਈ ਸ਼ਬਦ ਦੇਖੋ ਕੀ ਉਚਾਰਨ ਕੀਤੇ। ਉਜਲ ਕਹਿਹਾਂ ਚਲਕਣਾ ਘੋਟਮ ਘਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ 100 ਧੂਆਂ ਤਿਸ,
ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦਿਸਣ। ਸੱਜਣ ਨੂੰ ਇਦਾਂ ਲੱਗਾ ਕਿ ਇਹ ਵਿਅਕਤੀ ਨੇ ਮੇਰੇ ਅੰਦਰ ਨੂੰ ਖੋਲ ਕੇ ਮੇਰੇ ਸਾਹਮਣੇ ਰੱਖ ਦਿੱਤਾ ਹੈ। ਮੰਨ ਲਓ ਮੇਰੇ ਅੰਦਰ ਦੀ ਭਾਵਨਾ ਜਿਹੜੀ ਉਹ ਮੇਰੇ ਸਾਹਮਣੇ ਆ ਗਈ ਹੈ ਕਿ ਮੈਂ ਕੀ ਹਾਂ। ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਣ। ਸੱਜਣ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਮੇਰੇ ਅੰਦਰ ਜੋ ਕੁਝ ਹੈ ਉਹ ਅੱਜ ਇਸ ਵਿਅਕਤੀ ਨੇ ਸਾਹਮਣੇ ਰੱਖ ਦਿੱਤਾ ਹੈ, ਕਿਉਂਕਿ ਉਹ ਜਾਣਦਾ ਨਹੀਂ ਸੀ ਕੌਣ ਨੇ। ਜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਢਹਿ ਪਿਆ, ਆਖਣ ਲੱਗਾ ਸਤਿਗੁਰੂ ਜੀ ਮੈਨੂੰ ਮਾਫ ਕਰ ਦਿਓ, ਮੈਂ ਅੱਜ ਤੱਕ ਬਹੁਤ ਕੁਝ ਗਲਤ ਕੀਤਾ ਹੈ ਤੇ ਮੈਂ ਇਹ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਕੁਝ ਗਲਤ ਨਹੀਂ ਕਰਾਂਗਾ। ਧੰਨ ਹੈ ਉਹ ਸੱਜਣ ਜਿਨੇ ਗੁਰੂ ਦੇ ਇੱਕ ਸ਼ਬਦ ਨੂੰ ਸੁਣ ਕੇ ਕੱਚ ਤੋਂ ਕੰਚਨ ਵਾਲਾ ਜੀਵਨ ਹੋ ਗਿਆ। ਕੱਚੋ ਕੰਚਨ ਭਇਓ ਕਦੋਂ ਸ਼ਬਦ ਗੁਰ ਸ਼ਰਵਣੇ ਸੁਣਿਓ। ਗੁਰੂ ਦੇ ਮੁਖਾਰ ਬਿੰਦ ਤੋਂ ਸ਼ਬਦ ਕੰਨਾਂ ਦੇ ਨਾਲ ਸੁਣ ਲੈ, ਜੀਵਨ ਤਬਦੀਲ ਹੋ ਗਿਆ, ਪੂਰਾ ਤਬਦੀਲ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਦੇ ਨਾਲ ਨਹੀਂ, ਇੱਕ ਦਾ ਜੀਵਨ ਹੀ ਨਹੀਂ, ਬਹੁਤਿਆਂ ਦਾ ਜੀਵਨ ਜਿਹੜਾ ਹੈ ਉਹ ਬਦਲਿਆ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਗਏ ਨੇ। ਇੱਕ ਹੁੰਦਾ ਹੈ ਨਾ ਕਿ ਮਨੁੱਖ ਮਾੜਾ ਹੋਵੇ ਤੇ ਉਹ ਜਾਵੇ ਕਿ ਹਾਂ ਮੈਂ ਮਾੜਾ ਹਾਂ, ਮੈਨੂੰ ਬਦਲਣ ਲਈ ਜਿਹੜਾ ਹੈ ਤੁਸੀਂ ਕੋਈ ਤਰੀਕਾ ਦੱਸੋ, ਕਿਉਂਕਿ ਮੇਰੇ ਅੰਦਰ ਬਹੁਤ ਕੁਝ ਗਲਤ ਹੈ। ਇਹ ਮਨੁੱਖ ਦੇ ਅੰਦਰ ਇਹ ਵੱਖਰਾ ਹੈ। ਪਰ ਇੱਕ ਇਨਸਾਨ ਦਾ ਦੂਜੇ ਇਨਸਾਨ ਦੇ ਕੋਲ ਜਾਣਾ ਕਿ ਹਾਂ ਉਹ ਬੰਦਾ ਗਲਤ ਹੈ ਤੇ ਉਸ ਗਲਤ ਨੂੰ ਸਹੀ ਕਰਨਾ ਹੈ, ਇਹ ਕਿਸੇ ਕਿਸੇ ਦੇ ਹੱਕ ਦੇ ਵਿੱਚ ਗੱਲ ਆਈ ਹੈ। ਉਹ ਕੋਈ ਵਿਰਲਾ ਇਨਸਾਨ ਹੈ, ਟਾਵਾਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੇ ਮੋਢੀ ਨੇ ਮਨ, ਜਿਨ੍ਹਾਂ ਨੇ ਲੋਕਾਂ ਦੇ ਕੋਲ ਜਾ ਕੇ, ਭਾਵੇਂ ਉਹ ਭੂਮੀਆਂ ਚੋਰ ਵਰਗਾ ਹੋਵੇ, ਵੈਸ਼ਨੋ ਸਾਧ ਵਰਗਾ ਹੋਵੇ, ਸੱਜਣ ਠੱਗ ਵਰਗਾ ਹੋਵੇ, ਮਲਕ ਭਾਗੋ ਵਰਗਾ ਹੋਵੇ, ਕਿੰਨੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੀਵਨ ਦੇ ਵਿੱਚ ਅਨੇਕਾਂ ਨੇ ਜਿਹੜੇ ਉਹਨਾਂ ਨੂੰ ਮਿਲੇ ਨੇ। ਸ਼ਿਵਨਾਭ ਵਰਗੇ ਆਏ ਨੇ, ਬ੍ਰਹਮਦੱਤ ਵਰਗੇ ਪੰਡਤ ਜਿਹੜੇ ਨੇ ਉਹ ਆਏ ਨੇ। ਕਿੰਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭੋਰੇ। ਤੇ ਕਾਹਦੇ ਲਈ? ਸ਼ਬਦ ਗੁਰ ਸ਼ਰਵਣੇ ਸੁਣਿਓ। ਜਦੋਂ ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਹੈ ਤੇ ਉਹ ਸ਼ਬਦ ਨੇ ਹੀ ਉਸ ਜੀਵਨ ਨੂੰ ਬਦਲਿਆ ਹੈ। ਥੋੜੀ ਜਿਹੀ ਵਿਚਾਰ ਹੁਣ ਆਪਣੇ ਵੱਲ ਝਾਤ ਮਾਰੀਏ। ਕਿੰਨਾ ਸਮਾਂ ਹੈ ਗੁਰੂ ਦੇ ਸ਼ਬਦ ਨੂੰ ਸੁਣਦਿਆਂ ਹੋਇਆਂ, ਕਿੰਨਾ ਸਮਾਂ ਹੋ ਗਿਆ ਹੈ। ਕਿ ਜੀਵਨ ਤਬਦੀਲ ਕਿਉਂ ਨਹੀਂ ਹੈ? ਕਮੀ ਕਿੱਥੇ ਹੈ? ਕਮੀ ਕਿੱਥੇ ਹੈ? ਇਹ ਤੇ ਵਿਚਾਰਨਾ ਪਏਗਾ ਨਾ, ਪੜਚੋਲਣਾ ਪਏਗਾ ਕਿ ਕਿਤੇ ਤਾਂ ਹੈ ਕਮੀ। ਕਿ ਬਾਣੀ ਵੀ ਉਹ ਹੈ, ਗੁਰੂ ਦੇ ਸ਼ਬਦ ਵੀ ਉਹ ਨੇ, ਪਰ ਜੀਵਨ ਸਾਡਾ ਬਦਲ ਕਿਉਂ ਨਹੀਂ ਰਿਹਾ ਹੈ? ਕਿਉਂਕਿ ਅਸੀਂ ਹਜੇ ਤੱਕ ਉਸ ਸ਼ਬਦ ਨੂੰ ਮਾਣਿਆ ਨਹੀਂ ਹੈ, ਉਹਨੂੰ ਆਪਣੇ ਉੱਤੇ ਢਕਾ ਕੇ ਨਹੀਂ। ਅਸੀਂ ਤੇ ਇਹ ਕਹਿੰਦੇ ਆ ਇਹ ਸ਼ਬਦ ਬੋਲਿਆ ਤੇ ਕਿਸੇ ਹੋਰ ਲਈ ਬੋਲਿਆ। ਆਪਾਂ ਬਹੁਤੀ ਵਾਰ ਤੇ ਐਵੇਂ ਸਾਡੇ ਅੰਦਰ ਸੋਚ ਪੈਦਾ ਹੋ ਜਾਂਦੀ ਹੈ, ਸਾਡਾ ਦਿਮਾਗ ਕਿਤੇ ਇਸ ਤਰ੍ਹਾਂ ਜਗ੍ਹਾ ਦੇ ਉੱਤੇ ਚਲੇ ਜਾਂਦਾ ਹੈ ਕਿ ਹਾਂ ਉਹ ਬੰਦਾ ਫਲਾਣਾ ਗਲਤ ਸੀ। ਇਹ ਇੱਦਾਂ ਲੱਗ ਰਿਹਾ ਜਿਵੇਂ ਬਾਣੀ ਦੇ ਵਿੱਚ ਉਸ ਲਈ ਗੱਲ ਕੀਤੀ ਗਈ ਹੈ। ਤੇ ਕਦੀ ਇਹ ਗੱਲ ਆਪਣੇ ਆਪ ਨੂੰ ਅਸੀਂ ਵਿਚਾਰਨ ਦਾ, ਪੜ੍ਹਦੇ ਹੋਏ ਬਾਣੀ ਨੂੰ ਕਦੀ ਆਪਣੇ ਉੱਤੇ ਢੁਕਾਉਣ ਦਾ ਯਤਨ ਕਰੀਏ ਤਾਂ ਫਿਰ ਜੀਵਨ ਕਿੱਦਾਂ ਬਦਲੇਗਾ ਉਹ ਅਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ। ਜਦੋਂ ਅਸੀਂ ਭੱਟ ਸਾਹਿਬ ਦੇ ਜੀਵਨ ਨੂੰ ਪੜ੍ਹਦੇ ਹਾਂ ਨਾ, ਇਹ ਭੱਟ ਸਾਹਿਬਾਨ ਆਪਣੇ ਜੀਵਨ ਨੂੰ ਜਿੱਥੇ ਗੁਰੂ ਨੂੰ ਸਮਰਪਿਤ ਨੇ, ਗੁਰੂ ਘਰ ਦੇ ਲਈ ਆਪਣੇ ਆਪ ਦੀ ਕੁਰਬਾਨੀ, ਆਪਣੇ ਆਪ ਦੀ ਆਹੂਤੀ ਦਿੱਤੀ ਹੈ, ਤੇ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਕਿ
ਭੱਟ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਜਿੱਥੇ ਗੁਰੂ ਘਰ ਦੇ ਲਈ ਬਹੁਤ ਕੁਝ ਲਿਖਿਆ ਹੈ, ਗੁਰੂ ਨੂੰ ਸਮਰਪਿਤ ਹੋਏ ਨੇ, ਉੱਥੇ ਆਪਣੇ ਸਰੀਰ ਦੀ ਗੁਰੂ ਘਰ ਦੇ ਲਈ ਆਹੂਤੀ ਦਿੱਤੀ ਹੈ, ਕੁਰਬਾਨੀ ਦਿੱਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਤੋਂ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਕੁਝ ਸਿੱਖਿਆ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਲਿਖਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਹੁਣ ਇੱਕ ਬਚਨ ਆਪਾਂ ਪੜ੍ਹਦੇ ਹਾਂ, ਅਕਸਰ ਆਪਾਂ ਦਰਬਾਰ ਸਾਹਿਬ ਦੇ ਵਿੱਚ ਉਸ ਸ਼ਬਦ ਨੂੰ ਹਮੇਸ਼ਾ ਹੀ ਸੁਣਦੇ ਹਾਂ, ਤੇ ਮੈਂ ਜਾਣਦਾ ਕਿ ਸਾਰੀ ਲਗਭਗ ਜਿਤਨੀ ਸਿੱਖ ਸੰਗਤ ਗੁਰੂ ਘਰ ਦੇ ਨਾਲ ਜੁੜੀ ਹੋਈ ਹੈ, ਉਹਨਾਂ ਨੂੰ ਇਹ ਬੋਲ ਯਾਦ ਨੇ। ਭੱਟ ਸਾਹਿਬ ਦੇ ਜੀਵਨ ਦੇ ਵਿੱਚੋਂ ਹੀ, ਉਹਨਾਂ ਦੀ ਲਿਖਿਤ ਬਾਣੀ ਦੇ ਵਿੱਚੋਂ ਹੀ ਬੋਲ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਹੁਣ ਇਹ ਉਹ ਭੱਟ ਕੀਰਤ ਹੈ ਜਿਨੇ ਇੱਕ ਸਮਾਂ ਅੰਮ੍ਰਿਤਸਰ ਦੀ ਉਸ ਜੰਗ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ, ਸ਼ਹਾਦਤ ਕੀਤੀ, ਤੇ ਉਹਨਾਂ ਦਾ ਹੀ ਸਵਈਆ ਜਿਹੜਾ ਹੈ ਦਰਬਾਰ ਸਾਹਿਬ ਦੇ ਵਿੱਚ ਰੋਜ਼ਾਨਾ ਪੜ੍ਹਿਆ ਜਾਂਦਾ ਹੈ, ਰੋਜ਼ਾਨਾ। ਹੁਣ ਕਿੰਨੀ ਵੱਡੀ ਬਖਸ਼ਿਸ਼ ਹੈ। ਹੁਣ ਆਪਾਂ ਇਹ ਗੱਲ ਕਿਸੇ ਨੂੰ ਨਹੀਂ, ਇੱਕ ਬਾਣੀ ਨੂੰ ਨਾ ਪੜ੍ਹਨ ਦਾ ਹੋਰ ਵੀ ਬੜਾ ਕਮਾਲ ਦਾ, ਸਤਿਗੁਰੂ ਦੀ ਲਿਖਤ ਦੇ ਵਿੱਚੋਂ ਇਹ ਗੱਲ ਪਤਾ ਲੱਗਦੀ ਹੈ ਕਿ ਜਿੰਨੀ ਬਾਣੀ ਸਤਿਗੁਰੂ ਜੀ ਪੜ੍ਹਨ ਲਈ ਸਾਨੂੰ ਉਪਦੇਸ਼ ਕਰਦੇ ਨੇ, ਉਸ ਪੜ੍ਹਦੀ ਹੋਈ ਬਾਣੀ ਦੇ ਵਿੱਚੋਂ, ਪੜ੍ਹਦੇ ਹੋਏ ਬੋਲਾਂ ਨੂੰ ਅਸੀਂ ਜਦੋਂ ਪੜ੍ਹਾਂਗੇ ਸਾਨੂੰ ਇਦਾਂ ਲੱਗੇਗਾ ਕਿ ਸਾਡੇ ਲਈ ਕਹੀ ਹੈ। ਬਸ ਸਮਝਣਾ ਸਾਨੂੰ ਹੈ, ਸਾਨੂੰ ਮਹਿਸੂਸ ਕਰਨਾ ਪਏਗਾ ਕਿ ਵਾਕਈ ਇਹ ਬਾਣੀ ਸਾਡੇ ਲਈ ਕਹੀ ਗਈ ਹੈ, ਇਹ ਉਪਦੇਸ਼ ਸਾਡੇ ਲਈ ਕਹੇਗਾ। ਹੁਣ ਜਿਵੇਂ ਬੋਲ ਆਏ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਹੁਣ ਅਸੀਂ ਕੀ ਮੰਨਦੇ ਹਾਂ, ਅਸੀਂ ਐਕਸੈਪਟ ਕਰਦੇ ਪਏ ਹਾਂ ਕਿ ਵਾਕਈ ਅਸੀਂ ਅਵਗੁਣਾਂ ਦੇ ਨਾਲ ਭਰੇ ਹੋਏ ਹਾਂ ਤੇ ਸਾਡੇ ਅੰਦਰ ਗੁਣ ਕੋਈ ਨਹੀਂ ਹੈ। ਕੀ ਕਰਦੇ ਹਾਂ ਐਕਸੈਪਟ? ਇੱਦਾਂ ਨਹੀਂ ਕਰਦੇ। ਸਾਡਾ ਮਕਸਦ ਹੋਰ ਹੈ। ਅਸੀਂ ਪਤਾ ਕੀ ਸੋਚਦੇ ਪਏ ਹਾਂ? ਅਸੀਂ ਸੋਚਦੇ ਪਏ ਹਾਂ ਅਵਗੁਣ ਜਿਹੜੇ ਨੇ ਉਹ ਅਗਲੇ ਬੰਦੇ ਦੇ ਵਿੱਚ ਹੈ, ਅਵਗੁਣ ਅਗਲੇ ਬੰਦੇ ਦੇ ਵਿੱਚ ਹੈ। ਮੇਰੇ ਅੰਦਰ ਤੇ ਅਵਗੁਣ ਹੀ ਕੋਈ ਨਹੀਂ ਹੈ, ਮੇਰੇ ਅੰਦਰ ਤੇ ਗੁਣ ਹੀ ਬਹੁਤ ਨੇ, ਅਵਗੁਣ ਤੇ ਮੇਰੇ ਅੰਦਰ ਹੈ ਹੀ ਨਹੀਂ। ਤੇ ਜਦੋਂ ਅਵਗੁਣ ਅਸੀਂ ਇੱਦਾਂ ਜਾਣਾਂਗੇ ਕਿ ਮੇਰੇ ਅੰਦਰ ਅਵਗੁਣ ਹੀ ਕੋਈ ਨਹੀਂ ਹੈ, ਤੇ ਫਿਰ ਅਸੀਂ ਜਿੰਨਾ ਮਰਜ਼ੀ ਬਾਣੀ ਪੜ੍ਹੀ ਜਾਈਏ, ਜਿੰਨਾ ਮਰਜ਼ੀ ਅਸੀਂ ਰੱਟੇ ਲਗਾ ਲਈਏ, ਫਿਰ ਉਹਨਾਂ ਬਹੁਤਾ ਅਸਰ ਵੀ ਨਹੀਂ, ਕਿਉਂਕਿ ਅਸੀਂ ਆਪਣੇ ਉੱਤੇ ਤੇ ਟਿਕਾਈ ਨਹੀਂ ਗੱਲ, ਤੇ ਅਸੀਂ ਅਗਲੇ ਦੇ ਉੱਤੇ ਟਿਕਾ ਦਿੱਤੀ ਹੈ। ਅਸੀਂ ਤੇ ਇਹ ਸੋਚਦੇ ਪਏ ਹਾਂ ਕਿ ਅਗਲਾ ਬੰਦਾ ਮਾੜਾ ਹੈ, ਉਸਦਾ ਕਿਰਦਾਰ ਇੱਦਾਂ ਹੈ, ਉਹ ਬੰਦਾ ਇੱਦਾਂ ਬੇਈਮਾਨ ਹੈ, ਉਹ ਬੰਦਾ ਝੂਠ ਬੋਲਦਾ ਹੈ, ਉਹ ਬੰਦਾ ਪਿਆਰ ਨਾਲ ਨਹੀਂ ਬੋਲਦਾ। ਇਹ ਤੇ ਅਸੀਂ ਸੋਚਦੇ ਪਏ ਅਗਲੇ ਬਾਰੇ। ਤੇ ਇਹ ਗੱਲ ਅਗਰ ਅਸੀਂ ਆਪਣੇ ਉੱਤੇ ਢੁਕਾਉਣ ਦਾ ਯਤਨ ਕਰੀਏ ਕਿ ਮੈਂ ਕਿਸੇ ਨਾਲ ਚੰਗਾ ਵਿਹਾਰ ਕਰਦਾ, ਕਿ ਮੈਂ ਤਾਂ ਨਹੀਂ ਝੂਠ ਬੋਲਦਾ, ਕਿ ਮੇਰੇ ਅੰਦਰ ਤਾਂ ਨਹੀਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ ਪੈਦਾ ਹੁੰਦੀ, ਇਹ ਅਗਰ ਅਸੀਂ ਸੋਚੀਏ, ਖੁਦ ਸੋਚੀਏ, ਵਿਚਾਰੀਏ, ਤੇ ਫਿਰ ਸਾਨੂੰ ਲੱਗੇਗਾ ਕਿ ਹਾਂ, ਗੁਰੂ ਦੀ ਬਾਣੀ ਜਿੱਥੇ ਹੈ ਉਹ ਸਾਡੇ ਆਪਣੇ ਜੀਵਨ ਨੂੰ ਚੇਂਜ ਕਰਨ ਦੀ ਪ੍ਰੇਰਨਾ ਦਿੰਦੀ ਪਈ ਹੈ, ਕਿਸੇ ਦੇ ਹੋਰ ਦੇ ਜੀਵਨ ਨੂੰ ਨਹੀਂ, ਤੁਹਾਡੇ ਜੀਵਨ ਨੂੰ ਨਹੀਂ। ਮੈਂ ਸੋਚਦਾ ਮੇਰੇ ਲਈ ਬਾਣੀ ਉਚਾਰਨ ਕੀਤੀ ਗਈ ਹੈ, ਮੇਰੇ ਲਈ, ਕਿਉਂਕਿ ਮੇਰਾ ਜੀਵਨ ਜਿਹੜਾ ਹੈ ਉਹ ਕਿਰਦਾਰ ਤੋਂ ਮਾੜਾ ਹੈ, ਮੈਂ ਝੂਠ ਬੋਲਦਾ ਹਾਂ, ਮੈਂ ਬੋਲ ਬਾਣੀ ਦੇ ਵਿੱਚ ਚੰਗਾ ਨਹੀਂ ਹਾਂ। ਜਿੱਦਣ ਇਹ ਭਾਵਨਾ ਆ ਜਾਏ ਨਾ ਅੰਦਰ, ਤੇ ਸਤਿਗੁਰੂ ਆਖਣ ਲੱਗੇ ਉਦਣ ਫਿਰ ਜੀਵਨ ਜਿਹੜਾ ਹੈ ਕੱਚ ਤੋਂ ਕੰਚਨ ਵਰਗਾ ਹੋ ਜਾਏਗਾ, ਕੱਚ ਤੋਂ ਕੰਚਨ ਵਰਗਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਹੁਣ ਦੂਜੀ ਗੱਲ ਕੀਤੀ, ਬਿਖ ਤੇ ਅੰਮ੍ਰਿਤ ਭਇਓ। ਬਿਖ ਕਹਿੰਦੇ ਜ਼ਹਿਰ ਨੂੰ, ਤੇ ਅੰਮ੍ਰਿਤ ਕਹਿੰਦੇ ਆ ਜਿਹੜਾ ਜੀਵਨ ਦੇਣ ਵਾਲੀ ਚੀਜ਼ ਹੋਵੇ, ਅੰਮ੍ਰਿਤ। ਵੈਸੇ ਅੰਮ੍ਰਿਤ ਬਾਣੀ ਦੇ ਵਿੱਚ ਕਾਫੀ ਅਰਥਾਂ ਦੇ ਵਿੱਚ ਆਇਆ ਹੈ।
ਅੰਮ੍ਰਿਤ ਲਫ਼ਜ਼ ਦੇ ਅਰਥ ਜਿਹੜੇ ਨੇ ਉਹ ਵੱਖ-ਵੱਖ ਵਿਸ਼ਿਆਂ ਦੇ ਨਾਲ ਵੱਖ-ਵੱਖ ਸਤਿਗੁਰੂ ਨੇ, ਭਾਵੇਂ ਇੱਕ ਬਚਨ ਅਸੀਂ ਪੜ੍ਹਦੇ ਹਾਂ ਉਹਨੂੰ ਆਪਾਂ ਕੰਪਲਸਰੀ, ਜਿੱਥੇ ਅਸੀਂ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਲੈਨੇ ਅਸੀਂ ਉਹਨੂੰ ਵੀ ਅੰਮ੍ਰਿਤ ਕਹਿ ਦਿੰਦੇ ਹਾਂ। ਪਰ ਜਦੋਂ ਅਸੀਂ ਬਾਣੀ ਪੜ੍ਹਾਂਗੇ, ਬਾਣੀ ਦੇ ਵਿੱਚ ਵੱਖ-ਵੱਖ ਵਿਸ਼ੇ ਨੇ। ਭਾਵੇਂ ਇੱਕ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ, ਜਿੱਥੇ ਸਤਿਗੁਰੂ ਨੇ ਕਿਹਾ ਜੇ ਪ੍ਰਸਾਦ 36 ਅੰਮ੍ਰਿਤ ਖਾਏ, ਉੱਥੇ ਅੰਮ੍ਰਿਤ ਭੋਜਨ ਲਈ ਵਰਤਿਆ, ਪਦਾਰਥ ਲਈ ਵਰਤਿਆ ਗਿਆ ਕਿ 36 ਪ੍ਰਕਾਰ ਦੇ ਪਦਾਰਥ ਖਾਣੇ ਪਏ। ਇੱਕ ਬਚਨ ਪੜ੍ਹਦੇ ਹਾਂ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ, ਉੱਥੇ ਸਤਿਗੁਰੂ ਨੇ ਬਚਨ ਕੀਤਾ ਹੈ ਕਿ ਇਹ ਦੁੱਧ ਦਿੰਦੇ ਨੇ, ਉੱਥੇ ਅੰਮ੍ਰਿਤ ਦੁੱਧ ਲਈ ਆਇਆ ਹੈ। ਹੁਣ ਤੀਜੇ ਦੇ ਉੱਤੇ ਜਦੋਂ ਅਸੀਂ ਪੜ੍ਹਾਂਗੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਉੱਥੇ ਅੰਮ੍ਰਿਤ ਜਿਹੜਾ ਹੈ ਗੁਣਾਂ ਦੀ ਗੱਲ ਆਈ ਹੈ ਕਿ ਅੰਮ੍ਰਿਤ ਜਿਹੜਾ ਹੈ ਮਾਨੋ ਇੱਕ ਗੁਣ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ। ਆਖਣ ਲੱਗੇ ਨਾਮ ਜਿਹੜਾ ਹੈ ਉਹ ਗੁਣਾਂ ਦਾ ਖਜ਼ਾਨਾ ਹੈ। ਮਿਲ ਪੀਵੋ ਭਾਈ, ਉਹਨੂੰ ਪੀਵੋ, ਉਹਨੂੰ ਆਪਣੇ ਜੀਵਨ ਦੇ ਵਿੱਚ ਚੱਕੋ। ਇਵੇਂ ਸਤਿਗੁਰੂ ਆਖਣ ਲੱਗੇ ਬਿਕ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਮੇਰਾ ਜੀਵਨ ਬਿਖ ਤੋਂ ਜ਼ਹਿਰ ਤੋਂ ਅੰਮ੍ਰਿਤ ਵਾਲਾ ਹੋ ਗਿਆ ਹੈ। ਕਦੋਂ? ਨਾਮ ਸਤਿਗੁਰ ਮੁਖ ਭਣਿਓ, ਜਦੋਂ ਮੈਂ ਗੁਰੂ ਦਾ ਨਾਮ ਮੁਖ ਤੋਂ ਸਰਵਣ ਕੀਤਾ ਹੈ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਗੁਰੂ ਦਾ ਸ਼ਬਦ ਮੈਂ ਮੁਖ ਤੋਂ ਉਚਾਰਨ ਕੀਤਾ ਹੈ ਤੇ ਮੇਰਾ ਜੀਵਨ ਬਦਲ ਗਿਆ। ਹੁਣ ਜਦੋਂ ਅਸੀਂ ਬਾਣੀ ਦੇ ਵਿੱਚੋਂ ਹੋਰ ਫਰਮਾਨ ਪੜ੍ਹਾਂਗੇ ਤੇ ਸਾਨੂੰ ਗੁਰੂ ਪ੍ਰਤੀ, ਹੁਣ ਗੁਰੂ ਦੇ ਇੱਕ ਵਿਸ਼ਾ ਚੱਲ ਰਿਹਾ ਹੈ ਕਿ ਗੁਰੂ ਨੇ ਜੀਵਨ ਨੂੰ ਤਬਦੀਲ ਕਰ ਦਿੱਤਾ ਹੈ, ਗੁਰੂ ਨੇ ਜੀਵਨ ਨੂੰ ਚੇਂਜ ਕਰ ਦਿੱਤਾ ਹੈ, ਜੀਵਨ ਬਦਲ ਦਿੱਤਾ ਹੈ ਗੁਰੂ ਨੇ। ਕਿਉਂਕਿ ਭੱਟ ਸਾਹਿਬ ਨੇ ਵੀ ਗੁਰੂ ਦਾ ਜ਼ਿਕਰ ਕੀਤਾ ਹੈ, ਬਾਣੀ ਦੇ ਵਿੱਚ ਵੀ ਤੁਸੀਂ ਗੁਰੂ ਸਤਿਗੁਰੂ ਲਫ਼ਜ਼ ਬਾਰ-ਬਾਰ ਪੜ੍ਹੋਗੇ, ਸੁਣੋਗੇ। ਹੁਣ ਗੁਰੂ ਦਾ ਅਸਲ ਮਕਸਦ ਕੀ ਹੈ? ਗੁਰੂ ਕਹਿੰਦੇ ਕਿਹਨੂੰ ਨੇ? ਗੁਰੂ ਕਹਿੰਦੇ ਕਿਹਨੂੰ ਨੇ? ਗੁਰੂ ਦਾ ਮਾਇਨਾ ਕੀ ਹੈ? ਗੁਰੂ ਗ੍ਰੀ ਧਾਤੂ ਤੋਂ ਬਣਿਆ ਹੋਇਆ ਲਫ਼ਜ਼ ਹੈ। ਜਿਹੜਾ ਗੁਰੂ ਹੈ, ਗੂ ਤੇ ਰੂ, ਜਿਹੜਾ ਦੋਨਾਂ ਨੂੰ ਅਗਰ ਅਸੀਂ ਵੱਖ ਕਰਾਂਗੇ ਤੇ ਇਸ ਦਾ ਅਰਥ ਇਵੇਂ ਬਣਦਾ ਹੈ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣਾ, ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣਾ। ਸਤਿਗੁਰੂ ਦੀ ਬਾਣੀ ਜਿਹੜੀ ਹੈ ਉਹ ਇਹ ਸਾਨੂੰ ਸਮਝਾਉਂਦੀ ਹੈ ਕਿ ਗੁਰੂ ਦੀ ਜੀਵਨ ਦੇ ਅੰਦਰ ਲੋੜ ਕਿਉਂ ਹੈ। ਇੱਕ ਬਚਨ ਆਪਾਂ ਆਸਾ ਦੀ ਵਾਰ ਦੇ ਵਿੱਚੋਂ ਆਰੰਭ ਦੇ ਵਿੱਚ ਪੜ੍ਹਦੇ ਹਾਂ, ਪਹਿਲਾ ਸ਼ਲੋਕ ਹੈ ਜਿੱਥੇ ਗੁਰੂ ਦੀ ਮਹਾਨਤਾ ਬਿਆਨ ਕੀਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਉਹ ਆਖਦੇ ਨੇ ਜੇ 100 ਚੰਦਾ ਉਗਵੈ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000। ਹੁਣ ਦੇਖੋ ਗੱਲ, ਦੇਖੋ ਕੈਸੀ ਕੀਤੀ। ਜੇ 100 ਚੰਦਰਮਾ, ਆਖਣ ਲੱਗੇ ਚੰਦਰਮਾ ਜਿੰਨਾ ਪ੍ਰਕਾਸ਼। ਹੁਣ ਚੰਦਰਮਾ ਦੀ ਤੇ ਪ੍ਰਕਾਸ਼ ਦੀ ਗੱਲ, ਜਦੋਂ 100 ਦੀ ਗੱਲ ਆ ਗਈ ਹੈ ਤਾਂ ਫਿਰ ਕਿੰਨੇ ਕੁ ਚਾਨਣ ਹੋਏਗਾ। ਵੈਸੇ ਜਦੋਂ ਪੂਰਨ ਤੌਰ ਦੇ ਉੱਤੇ ਵੀ ਚੰਦਰਮਾ ਪੂਰਾ ਹੋਵੇ ਤੇ ਅਸੀਂ ਦੇਖਦੇ ਹਾਂ ਰਾਤ ਦੇ ਹਨੇਰੇ ਦੇ ਵਿੱਚ ਵੀ ਸਾਨੂੰ ਕਾਫੀ ਚਾਨਣ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ, ਸਾਨੂੰ ਕਾਫੀ ਕੁਝ ਸਾਫ਼ ਨਜ਼ਰ ਆਉਂਦਾ, ਕਿਉਂਕਿ ਚਾਨਣ ਬਹੁਤ ਹੈ ਚੰਦਰਮਾ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੱਲ ਕੀਤੀ ਜੇ 100 ਚੰਦਾ ਉਗਵੈ ਪੈਦਾ ਹੋ ਜਾਣ, ਸਾਹਮਣੇ ਨਜ਼ਰ ਆ ਜਾਣ, ਸੂਰਜ ਚੜ੍ਹੇ 1000। ਇੱਥੇ ਤਾਂ ਇੱਕ ਸੂਰਜ ਦੀ ਰੋਸ਼ਨੀ ਸਾਡੇ ਕੋਲ ਕਈ ਵਾਰ ਅੱਜ ਕੱਲ੍ਹ ਮੌਸਮ ਗਰਮੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਪਸ਼ ਇੰਨੀ ਵੱਧ ਜਾਂਦੀ ਹੈ, ਇੱਕ ਸੂਰਜ ਦੀ ਰੋਸ਼ਨੀ ਕਿੰਨੀ ਵੱਡੀ ਹੈ ਕਿ ਸਮੁੱਚੇ ਬ੍ਰਹਿਮੰਡ ਨੂੰ ਉਹਨੇ ਰੋਸ਼ਨ ਕੀਤਾ ਹੋਇਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਣ ਲੱਗੇ 1000 ਸੂਰਜ ਵੀ ਜਿਹੜੇ ਨੇ ਉਹ ਪੈਦਾ ਹੋ ਜਾਣ। ਹੁਣ ਗੱਲ ਉੱਥੇ ਚਾਨਣ ਦੀ ਹੈ, ਚਾਨਣ ਦੀ ਹੈ। ਆਖਣ ਲੱਗੇ ਇੱਥੇ ਚਾਨਣ ਹੁੰਦਿਆਂ, ਇੰਨਾ ਚਾਨਣ ਹੋ ਜੇ, ਸੂਰਜ ਤੇ ਚੰਦਰਮਾ ਦਾ ਚਾਨਣ ਸੰਸਾਰ ਦੇ ਵਿੱਚ ਇੰਨਾ ਹੋ ਜੇ, ਪਰ ਆਖਣ ਲੱਗੇ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਤੇ ਜੀਵਨ ਦੇ ਅੰਦਰ ਹਨੇਰਾ ਹੀ ਹਨੇਰਾ ਹੈ। ਬਾਹਰੀ ਚਾਨਣ ਦੀ ਤੇ ਗੱਲ ਹੀ ਨਹੀਂ ਹੈ। ਬਾਹਰੀ ਚਾਨਣ ਅੰਦਰ ਨੂੰ ਰੋਸ਼ਨ ਨਹੀਂ ਕਰ ਸਕਦਾ, ਬਾਹਰੀ ਚਾਨਣ ਜੀਵਨ ਦੇ ਅੰਦਰ ਨੂੰ ਚਾਨਣ ਨਹੀਂ ਦੇ ਸਕਦਾ ਹੈ।
ਮੰਨ ਲਓ ਇੱਕ ਕਮਰਾ ਹੈ, ਉਸ ਦੇ ਅੰਦਰ ਪੂਰਨ ਤੌਰ ਦੇ ਉੱਤੇ ਬੰਦ ਹੈ। ਉਸ ਬੰਦ ਕਮਰੇ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਬਾਹਰੋਂ ਜਿੰਨੀ ਮਰਜ਼ੀ ਰੋਸ਼ਨੀ ਦਿੱਤੀ ਜਾਵੇ ਪਰ ਅੰਦਰ ਉਹਦੇ ਰੋਸ਼ਨੀ ਨਹੀਂ ਹੈ। ਤੇ ਕੀ ਹੈ, ਇਦਾਂ ਲੱਗਦਾ ਹੈ ਕਿ ਜਿੰਨੀ ਮਰਜ਼ੀ ਬਾਹਰੋਂ ਅਸੀਂ ਉਹਨੂੰ ਚਾਨਣ ਦੇਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਉਹ ਇੱਕ ਕਮਰਾ ਬੰਦ ਹੈ, ਉਹਦੇ ਅੰਦਰ ਰੋਸ਼ਨੀ ਜਾ ਨਹੀਂ ਸਕਦੀ, ਕਿਉਂਕਿ ਰੋਸ਼ਨ ਦਾ ਕੋਈ ਸਾਧਨ ਉਸ ਅੰਦਰ ਜਾਣ ਲਈ ਹੈ ਨਹੀਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇਖੋ ਕੈਸਾ ਕਿਹਾ ਬਚਨ, ਜੇ 100 ਚੰਦਾ ਉਗਵੇ ਸੂਰਜ ਚੜੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੀਵਨ ਇਦਾਂ ਹੀ ਹੈ ਕਿ ਜਿਵੇਂ ਹਨੇਰਾ ਇੰਨੇ ਚੰਦਰਮਾ ਚੜ੍ਹਨ ਦੇ ਬਾਵਜੂਦ ਤੇ ਸੂਰਜ ਚੜ੍ਹਨ ਦੇ ਬਾਵਜੂਦ ਵੀ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋ ਸਕਦਾ ਹੈ। ਗੁਰੂ ਇਦਾਂ ਹੈ, ਜਿਵੇਂ ਬਚਨ ਕੀਤੇ ਸਨ ਕਿ ਗੁਰੂ ਦਾ ਅਸਲ ਮਕਸਦ ਹੈ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣਾ। ਤੇ ਗੁਰੂ ਸਤਿਗੁਰੂ ਜੀ ਬਚਨ ਕਰਦੇ ਨੇ, ਕੰਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ। ਲੋਹਾ ਤੇ ਲਾਲ ਬਣ ਜਾਏ, ਕੀਮਤੀ ਲਾਲ ਜਿੰਦੀ ਇੱਕ ਕੀਮਤ ਹੈ। ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਨ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਆਖਣ ਲੱਗੇ ਜਦੋਂ ਗੁਰੂ ਦਾ ਗਿਆਨ ਵਿਚਾਰਿਆ ਤੇ ਪਾਹਨ ਮਾਨਕ ਕਰੈ। ਪਾਹਨ ਕਹਿੰਦੇ ਨੇ ਪੱਥਰ ਨੂੰ, ਪੱਥਰ ਵੀ ਮਾਨੋ ਮਾਨਕ ਹੋ ਜਾਂਦਾ ਹੈ, ਉਹ ਇੱਕ ਚੰਗੀ ਕੀਮਤ ਵਾਲਾ ਜਿਹੜਾ ਹੈ ਉਹ ਪੱਥਰ ਬਣ ਜਾਂਦਾ ਹੈ। ਸਤਿਗੁਰੂ ਨੇ ਅਗਲੀ ਗੱਲ ਕੀਤੀ, ਕਾਠੋ ਸ਼੍ਰੀਖੰਡ ਸਤਿਗੁਰ ਕੀਓ। ਕਾਠੋ ਕਹਿੰਦੇ ਲੱਕੜ ਨੂੰ, ਲੱਕੜ ਤੋਂ ਕੀ ਹੋ ਗਿਆ, ਸ਼੍ਰੀਖੰਡ ਕਹਿੰਦੇ ਨੇ ਚੰਦਨ ਨੂੰ। ਉਹ ਲੱਕੜ ਚੰਦਨ ਵਰਗੀ ਕੀਮਤੀ ਬਣ ਗਈ। ਕਾਠੋ ਸ਼੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ। ਉਹਨਾਂ ਦਾ ਜੀਵਨ ਦੇ ਵਿੱਚੋਂ ਦੁੱਖ ਦਰਿਦਰ ਸਾਰੇ ਹਟ ਗਏ। ਸਤਿਗੁਰੂ ਜਿਨ ਪਰਸਿਆ, ਸਤਿਗੁਰੂ ਚਰਨ ਜਿਨ ਪਰਸਿਆ, ਜਿਸ ਨੇ ਗੁਰੂ ਦੇ ਚਰਨ ਨੂੰ ਜਾਣ ਲਿਆ, ਪਰਸ ਲਿਆ। ਚਰਨ ਕੀ ਹੈ? ਚਰਨ ਹੈ ਹਿਰਦੈ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਚਰਨ ਕਿਹੜੇ ਨੇ? ਉਹ ਗੁਰੂ ਦਾ ਸ਼ਬਦ ਹੈ। ਸਤਿਗੁਰੂ ਆਖਣ ਲੱਗੇ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪ੍ਰੇਤਾਂ ਤੋਂ, ਪਸ਼ੂਆਂ ਤੋਂ, ਆਖਣ ਲੱਗੇ ਸੁਰ ਨਰ ਭਏ, ਮੰਨ ਲਓ ਦੇਵਤੇ ਉਹਨਾਂ ਤੋਂ ਉਤਾਂ ਜਿਹੜੇ ਨੇ ਉਹ ਜੀਵਨ ਵਾਲੇ ਬਣ ਗਏ ਨੇ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਸਾਡਾ ਜੀਵਨ ਵੀ ਗੁਰੂ ਦੇ ਨਾਲ ਜੁੜ ਸਕੇ। ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਅਸੀਂ ਚੱਲ ਕੇ ਆਪਣੇ ਜੀਵਨ ਨੂੰ ਵੀ ਜਿੱਥੇ ਜ਼ਹਿਰ ਤੋਂ ਕੱਢ ਕੇ ਅੰਮ੍ਰਿਤ ਵਾਲੇ ਬੰਨੇ, ਕੱਚ ਤੋਂ ਅਸੀਂ ਸੋਨੇ ਵਾਲੇ ਬੰਨੇ ਲੈ ਕੇ ਆਈਏ, ਤਾਂ ਹੀ ਜੀਵਨ ਦਾ ਜਿਹੜਾ ਹੈ ਉਹ ਸਾਡਾ ਇਹ ਸਮਾਂ ਸਫਲ ਹੋ ਸਕਦਾ ਹੈ। ਸੋ ਇਤਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੋ ਜੋ ਵੀ ਸੰਗਤ ਆਨਲਾਈਨ ਦੇ ਮਾਧਿਅਮ ਦੇ ਰਾਹੀਂ ਘਰ ਦੇ ਵਿੱਚ ਬਹਿ ਕੇ ਇਹ ਵਿਚਾਰਾਂ ਸਰਵਣ ਕਰ ਰਹੀਆਂ ਨੇ, ਸਭ ਦਾ ਤਹਿ ਦਿਲੋਂ ਧੰਨਵਾਦ। ਸਮੁੱਚੀ ਟੀਮ ਦਾ, ਜਿੱਥੇ ਵੀਰ ਗੁਰਵਿੰਦਰ ਸਿੰਘ ਜੀ, ਵੀਰ ਸਤਨਾਮ ਸਿੰਘ ਜੀ ਰੁੱਦਰਪੁਰ ਵਾਲੇ, ਇਹ ਸਮੁੱਚੀ ਟੀਮ ਜਿਹੜੀ ਹੈ ਉਹ ਇਹ ਸੋਹਣਾ ਉਪਰਾਲਾ